साहिब जियो तू सुल्तान कहाँ हूँ मियाँ तेरी कवन बड़ाई जो तू देहे सो कहाँ स्वामी मैं मूर्ख कहने ना जाए ज्योत रूप हर आप गुरु नानक कहायो ताते अंगद भयो तत् स्यों तत् मिलायो अंगद कृपा धार अमर सतगुर थिर कियो अमरदास अमृत छतर गुर राम मह दियो गुरु रामदास दर्शन परस कह मथुरा अमृत बैन मूरत पंच परमान पुरख गुर अर्जुन पिखो नैन वालिए कुल आलम बानी दे बोहित मुजस्मे आबे हयात सरवरे कायनात धन धन गुरु ग्रंथ साहिब जी महाराज तिन्हां दी पावन पवित्र हजूरी दे विच धन धन गुरु अर्जुन देव जी महाराज जिन्हां ने जबर दा मुकाबला सबर नाल कीता जिन्हां नूं सत्कार दे नाल बाणी दे बोहित कुर्बानी दे पुंज इस तरह दे जिहड़े लकब है उन्हां नाल आपां याद करदे हां उन्हां दा 417वां शहीदी दिहाड़ा जो आपां रल मिल के मना रहे हाँ आओ अज दी विचार शुरू करन तो पहला सब तो पहला धन धन गुरु गोबिंद सिंह जी महाराज तिन्हां वल्लों बख्शिश फतेह दे नाल रल मिल के सांझ पाइए जी वाहेगुरु जी का खालसा वाहेगुरु जी की फतेह। सतसंगत जी किसी कौम दे वास्ते 3 चीज़ां दा होना बड़ा जरूरी है। पहली चीज़ है अहले कलाम, दूसरी चीज़ है अहले निज़ाम ते तीसरा है अहले मुकाम। अहले शब्द फारसी भाषा का शब्द है जिहदा अखरी अर्थ है वो चीज़ जिन्नू कोई दुनिया दी चीज़ हिला नहीं सकती। आ हिल जिन्नू कहने हैं जिहड़ा हिल नहीं सकता अहले कलाम। और तीनों चीज़ां धन धन गुरु अर्जुन देव जी महाराज। अर्जुन शब्द गुरु ग्रंथ साहिब जी महाराज विच कुल 20 बार आया। 19 वार आया भट्ट सहबाना दे सवैयां दे विच। हर वारी जज्जे थले औंकड़ लगा के आया। अर्थ विच कोई फर्क नहीं है। एक वार बाबा सत्ता जी ते बाबा बलवंड जी दी वार दे विच आया तख्त बैठा। हाँ बोलो नाल मेरी मैं ताई छड़दा कि तुसी नाल बोलो सांझ पो। तख्त बैठा अर्जन गुरु सतगुरु का खिवे चंदोवा उगवनो ते आथवनो चौचक्की कीयन। उथे अर्जन शब्द आया जज्जे थले औंकड़ नहीं आया।
ਤੁਸੀਂ ਪੱਟ ਸਾਹਿਬਾਨਾਂ ਦੇ 21 ਸਵਈਏ ਦੇਖੋ, 21 ਸਵਈਆਂ ਦੇ ਵਿੱਚ 19 ਵਾਰ ਸ਼ਬਦ ਜਿਹੜਾ ਉਹ ਜੱਜੇ ਤੇ ਔਂਕੜ ਲਗਾ ਕੇ ਆਇਆ। ਸੋ ਕੁੱਲ ਸ਼ਬਦ ਇਹ 20 ਵਾਰ ਆਇਆ। ਤੇ ਵੈਸੇ ਵੀ ਅਰਜਨ ਸ਼ਬਦ ਦੇ ਜੇ ਆਪਾਂ ਅਰਥ ਕਰਨੇ ਹੋਣ ਨਾ, ਐੜਾ ਤੇ ਰਾਰਾ ਅਰ ਤੇ ਜੱਜੇ ਦੇ ਪੈਰ ਥੱਲੇ ਔਂਕੜ ਜੁਨ। ਅਰ ਦਾ ਅਖਰੀ ਅਰਥ ਇੱਕ ਤਾਂ ਹੈ ਔਰ, ਜਿਹਨੂੰ ਆਪਾਂ ਹੋਰ ਕਹਿ ਦਿੰਦੇ ਆ, ਮਾਫ ਕਰਨਾ, ਜਿਹਨੂੰ ਆਪਾਂ ਅਤੇ ਕਹਿ ਦਿੰਦੇ ਆ। ਦੂਸਰਾ ਅਰ ਦਾ ਅਖਰੀ ਅਰਥ ਹੈ ਦੁਸ਼ਮਨ। ਗੁਰੂ ਅਰਜੁਨ ਦੇਵ ਜੀ ਮਹਾਰਾਜ ਐਸੀ ਹੈਸੀਅਤ ਹਨ, ਐਸੀ ਮੂਰਤ ਹਨ, ਉਹਨਾਂ ਨੇ ਆਪਣੇ ਦੁਸ਼ਮਣਾਂ ਦੇ ਉੱਪਰ ਜਿੱਤ ਪਾਈ ਹੈ। ਪਹਿਲੇ ਦੁਸ਼ਮਣ ਕਿਹੜੇ ਹਨ? ਪਹਿਲੇ ਦੁਸ਼ਮਣ ਹਨ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਇਹਨਾਂ ਦੇ ਉੱਪਰ ਜਦੋਂ ਇਹ ਜਿੱਤੇ ਜਾਣਗੇ ਨਾ, ਫੇਰ ਹੀ ਰਣ ਤੱਤੇ ਦੇ ਵਿੱਚ ਦੂਜੇ ਜਿਹੜੇ ਦੁਸ਼ਮਣ ਹੈ ਉਹਨਾਂ ਤੇ ਕਾਬੂ ਜਿਹੜਾ ਉਹ ਪਾ ਸਕਦੇ ਆ। ਅਰ ਦਾ ਅਖਰੀ ਅਰਥ ਹੈ ਦੁਸ਼ਮਣ ਤੇ ਜੁਨ ਦਾ ਅਖਰੀ ਅਰਥ ਹੈ ਉਹਦੇ ਤੇ ਜਿੱਤ ਪਾਉਣੀ। ਧੰਨ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ, ਜਿਨ੍ਹਾਂ ਨੂੰ ਅਸੀਂ ਸ਼ਹੀਦਾਂ ਦੇ ਸਰਤਾਜ ਵੀ ਕਹਿੰਦੇ ਆ। ਮੈਂ ਬੇਨਤੀ ਕੀਤੀ ਸੀ ਅਹਿਲੇ ਕਲਾਮ, ਕਲਾਮ ਜੋ ਉਚਾਰਿਆ ਗਿਆ ਉਹ ਸਾਡੇ ਕੋਲ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਅਹਿਲੇ ਕਲਾਮ। ਦੂਸਰਾ ਹੈ ਅਹਿਲੇ ਮੁਕਾਮ। ਹਰ ਇੱਕ ਕੌਮ ਦੀ ਕੋਈ ਨਾ ਕੋਈ ਮੰਜ਼ਿਲ ਹੈ ਜੀ। ਇਸਲਾਮ ਧਰਮ ਵਾਲੇ ਮੱਕੇ ਤੇ ਕਾਬੇ ਜਾਂਦੇ ਆ, ਉਹ ਤੋਂ ਬਗੈਰ ਨਹੀਂ ਰਹਿੰਦੇ। ਤੇ ਸਿੱਖ ਵੀ ਜਿੰਨੀ ਦੇਰ ਤੱਕ ਦਰਬਾਰ ਸਾਹਿਬ ਨਹੀਂ ਨਾ ਦਰਸ਼ਨ ਕਰਦਾ, ਉਹਦੇ ਅੰਦਰ ਨੂੰ ਤਸੱਲੀ ਨਹੀਂ ਹੁੰਦੀ। ਔਰ ਜੇਕਰ ਕਿਤੇ ਦਰਬਾਰ ਸਾਹਿਬ ਤੇ ਕੋਈ ਐਸੀ ਵੈਸੀ ਘਟਨਾ ਹੋ ਜਾਵੇ ਤੇ ਫਿਰ ਸਿੱਖ ਜਿਹੜਾ ਉਹ ਆਪਣੇ ਜਾਨ ਦੀ ਬਾਜੀ ਲਗਾ ਦਿੰਦਾ। ਉਹ ਹੈ ਅਹਿਲੇ ਮੁਕਾਮ, ਸਿੱਖ ਦੀ ਮੰਜ਼ਿਲ। ਤੀਸਰਾ ਹੈ ਅਹਿਲੇ ਨਿਜ਼ਾਮ। ਨਿਜ਼ਾਮ ਤੋਂ ਮੈਂ ਅੱਜ ਦੀ ਵਿਚਾਰ ਸ਼ੁਰੂ ਕਰਨੀ ਹੈ। ਨਿਜ਼ਾਮ ਦਾ ਅਖਰੀ ਅਰਥ ਹੈ ਇਸ ਹਯਾਤੀ ਦੇ ਵਿੱਚ, ਇਸ ਪੰਜ ਭੂਤਕ ਸਰੀਰ ਦੇ ਵਿੱਚ ਰਹਿੰਦਿਆਂ ਹੋਇਆਂ ਸਿੱਖ ਨੇ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰਨਾ, ਉਹ ਸਾਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸ ਕੇ ਗਏ। ਅਸੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਭਾਈ ਸਾਹਿਬ ਜੀ ਬੇਨਤੀ ਕਰਕੇ ਗਏ ਆਪ ਜੀ ਦੇ ਨਾਲ, ਉਹਨਾਂ ਦੀ ਸ਼ਹਾਦਤ। ਸਾਧ ਸੰਗਤ ਜੀ, ਕੋਈ ਵੀ ਕੰਮ ਇੱਕ ਦਿਨ ਵਿੱਚ ਕੰਪਲੀਟ ਨਹੀਂ ਹੁੰਦਾ। ਕੋਈ ਵੀ ਕੰਮ ਇੱਕ ਦਿਨ ਵਿੱਚ ਕੰਪਲੀਟ ਨਹੀਂ ਹੁੰਦਾ। ਇਹ ਤੇ ਉਦੋਂ ਹੀ ਸ਼ੁਰੂਆਤ ਹੋ ਗਈ ਸੀ ਜਿੱਦਣ ਮੇਰੇ ਬਾਪੂ ਗੁਰੂ ਨਾਨਕ ਦੇਵ ਨੇ ਕਿਹਾ ਸੀ ਦਇਆ ਕਪਾਹ ਸੰਤੋਖ ਸੂਤ। ਕਹਿੰਦੇ ਪੰਡਤ ਹਰਦਿਆਲ ਤੂੰ ਜਨੇਊ ਲੈ ਕੇ ਆਇਆ ਕਿ ਇਹਦੇ ਵਿੱਚ 4 ਗੁਣ ਹੈਗੇ ਆ? ਕਹਿੰਦੇ ਮਹਾਰਾਜ ਸਾਨੂੰ ਤੇ 4 ਗੁਣਾਂ ਦਾ ਪਤਾ ਹੀ ਨਹੀਂ। ਮਹਾਰਾਜ ਕਹਿੰਦੇ ਸੁਣ ਫੇ 4 ਗੁਣ, ਜੇ ਹੈਗੇ ਆ ਤੇ ਮੇਰੇ ਗੱਲ ਪਾ ਦੇ, ਜੇ ਨਹੀਂ ਆ ਤੇ ਫੇਰ ਲੈ ਜਾ ਇਹਨੂੰ। ਉੱਥੋਂ ਕੰਮ ਸ਼ੁਰੂ ਹੋ ਗਿਆ ਸੀ। ਦਇਆ ਕਪਾਹ ਸੰਤੋਖ ਸੂਤ ਜਤ ਗੰਡੀ ਸਤ ਵਟ, ਇਹੋ ਜਨੇਊ ਜੀ ਕਾ ਹੈ ਹੀ ਤਾਂ ਪਾਂਡੇ ਲਿਆ। ਕਹਿੰਦੇ ਮੈਂ ਪਾਉਣ ਨੂੰ ਤਿਆਰ ਆ, ਆਈ ਐਮ ਰੈਡੀ ਟੂ ਵੀਅਰ। ਕਹਿੰਦੇ ਨੋ ਪ੍ਰੋਬਲਮ, ਜੇ ਇਹ 4 ਗੁਣ ਹੈਗੇ ਆ। ਪਹਿਲਾ ਗੁਣ ਦਇਆ ਦਾ, ਜਿਹੜੀ ਕਪਾਹ ਨਾ ਉਹ ਦਇਆ ਦੀ ਹੋਵੇ। ਦਇਆ ਕਪਾਹ ਸੰਤੋਖ। ਸਾਧ ਸੰਗਤ ਜੀ, ਸੰਤੋਖ ਬਿਨਾ ਸੰਤੋਖ ਨਹੀਂ ਕਹੂ, ਹਾਂ ਨਹੀਂ ਕਹੂ ਰਾਜੇ ਨਹੀਂ ਕਹਿਣਾ ਇਹਨੂੰ। ਰਾਜਾ ਨਹੀਂ ਹੈਗਾ, ਰਾਜੇ। ਭਾਰ ਦੇ ਕੇ ਰੱਜਿਆ ਨਹੀਂ ਹੁੰਦਾ ਕੋਈ। ਬਿਨਾ ਸੰਤੋਖ ਨਹੀਂ ਕਹੂ ਰਾਜੇ। ਦਇਆ ਕਪਾਹ ਸੰਤੋਖ ਸੂਤ। ਤੇ ਅਗਲਾ ਕੀ ਹੈ? ਜਤ ਗੰਢੀ। ਉਹ ਚ ਜਿਹੜੀਆਂ ਗੰਢਾਂ ਪਾਈਆਂ ਕਿ ਉਹਨਾਂ ਚ ਜਤ ਹੈਗਾ। ਜਤ ਦੀ ਅਖਰੀ ਅਰਥ ਕਰਦੇ ਆ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾ। ਆ ਹੈ ਜਤ, ਜਿਹਨੂੰ ਗੁਰੂ ਨਾਨਕ ਦੇਵ ਜੀ ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ, ਜਪਜੀ ਸਾਹਿਬ ਦੀ ਆਖਰੀ ਪੌੜੀ ਪੜ੍ਹਦੇ ਹੋ, ਚ 7 ਗੁਣ ਹੈ ਸਿੱਖ ਦੇ। ਜਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਪਾਓ ਖਲਾ ਅਗਨ ਤਪਤਾਓ ਭਾਂਡਾ ਪਾਓ ਤਾਂ ਅੰਮ੍ਰਿਤ ਟਿਕੇਗਾ। ਸ਼ੱਕ ਲੈ, ਕੋਈ ਗੱਲ ਨਹੀਂ, ਸ਼ੱਕਰ ਦੀ ਮਨਾਈ ਨਹੀਂ ਹੈਗੀ ਹੈ, ਪਰ ਟਿਕਣਾ ਤਾਂ ਮੈਂ ਜੇ ਪਹਿਲੇ 7 ਗੁਣ ਹੈਗੇ ਆ ਤੇ ਭਾਂਡੇ ਵਿੱਚ। ਚਲੋ ਆਪਾਂ ਇਸ ਪਾਸੇ ਨਾ ਜਾਈਏ। ਜਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਪਾਓ ਖਲਾ ਅਗਨ ਤਪਤਾਓ ਭਾਂਡਾ ਪਾਓ ਅੰਮ੍ਰਿਤ ਤਿਤ ਢਾਲ। ਫਿਰ ਕੀ ਹੋਏਗਾ? ਘੜੀਐ ਸ਼ਬਦ ਤੇਰੀ ਜ਼ਿੰਦਗੀ ਨੂੰ ਗੁਰੂ ਨਾਨਕ ਦਾ ਸ਼ਬਦ ਜਿਹੜਾ ਉਹ ਚੰਗੀ ਤਰ੍ਹਾਂ ਘੜ ਦੇਵੇਗਾ। ਇਹ ਅਰਥ ਹੈ ਦੇ। ਅਸੀਂ ਕਹਿੰਦੇ ਆ ਸ਼ਬਦ ਨੂੰ ਸਿੱਖ ਨੇ ਘੜਨਾ। ਯਾਰ ਕਮਾਲ ਦੀ ਗੱਲ, ਅਸੀਂ ਸ਼ਬਦ ਨੂੰ ਘੜ ਸਕਦੇ, ਸ਼ਬਦ ਨੇ ਸਾਨੂੰ ਘੜਨਾ। ਘੜੀਏ ਸ਼ਬਦ ਸੱਚੀ ਟਕਸਾਲ। ਤੇ ਮਹਾਰਾਜ ਕਹਿੰਦੇ ਜਿਨ ਕੋ ਨਦਰ ਕਰਮ ਤਿਨ, ਇਹ 7 ਗੁਣ ਉਹਦੀ ਬਖਸ਼ਿਸ਼ ਤੋਂ ਬਗੈਰ ਨਹੀਂ ਆਉਣੇ।
जिनको नदर करम तिनकार नानक नदरी नदर निहाल अहले निज़ाम। ये उत्थों शुरू हो गई सी। दया कपा संतोख सूत जत गंडी, जत तेरे अंदर होवे, जत गंडी सत, सत दा खरी अर्थ है सच रहना, तेरा आचरण जिहड़ा तेरा उच्चा होवे, तेरा आचरण तेरा सत जिहड़ा तेरा वो उच्चा होवे। शहीद शब्द गुरु ग्रंथ साहिब जी दे आगमन तो पहला इस हिंदुस्तान दी धरती ते बिल्कुल नहीं सीगा जी। बड़े क्लीयर शब्दां दे विच इस हिंदुस्तान दी धरती दे विच सिमरतियां सीगियां, थोड़ा जिहा अगो पुराण सीगे, होर ग्रंथ सीगे, लेकिन उन्हां दे विच कुर्बानी ते बलिदान शब्द सीगा, लेकिन शहीद शब्द नहीं सीगा। कुर्बान दे मैं अर्थ करदियां, कुर्बानी शब्द कित्थों बनिया? कोई पशु फड़ो, ओदी हत्या कर दिओ, ओदा कर दिओ ते साडे कीते होए पाप रब अगे अरदास कर दो भी इतों लै लै, ये सीगी कुर्बानी। ठीक है जी, ओदी बलि चढ़ाउणी। दूसरा सी शब्द बलिदान। बलिदान शब्द बल राजा तो बनिया, बहुत लंबी कहानी है। बल राजा होया, उन्हें जो दान किया उस तो बलिदान शब्द बनिया। लेकिन शहीद शब्द की शुरुआत कित्थों हो रही है? शहीद शब्द शहादत, शहादत का आखिरी अर्थ है गवाही देनी। ये आया कित्थों जी? ये शब्द की शुरुआत हो रही है साध संगत जी यहूदियां तो। यहूदियां का एक पैगंबर होया मोसेस, उन्हें आके उतर के जो उन्होंने मनौत है, उन्हें आके यहूदियां नूं कहा कि तुसी ये 10 गुण जिंदगी दे विच अपनाओ, तुहाडा वाधा ते विकास होवेगा, तुहाडी जिंदगी बड़ी वधिया होवेगी। हुण वो यहूदी जिहड़े सीगे वो 10 गुणा ते उन्हां ने चलना शुरू करता, ते जदों कोई चंगे काम करदा ते फिर दुश्मन भी नाल ही पैदा हो जांदे है। उत्थे फिर यहूदियां नूं मारना शुरू कीता, क्योंकि उन्हां दी चढ़ाई होनी शुरू हो गई। वो चंगे गुणा करके जदों उन्हां गुणा करके उन्हां दी चढ़ाई होनी शुरू हो गई, वो यहूदियां नूं मारिया गया। ਜਿਹੜੇ यहूदी इस 10 सिक्ख्यावां ते चलदियां चलदियां मौत दे घाट उतारे गए, उन्हां नूं सब तो पहला शहीद किया गया। ठीक है जी, यहूदियां तो अगे चलिए, यहूदियां तो अगे ईसाइयां, यहूदियां ने ईसाइयां दे उपर बड़ा जुल्म किया, ते ईसाई मत दे विच वो कहंदे हन कि उन्हां दा यीशु मसीह जदों उन्होंने सूली ते टंगिया गया, उन्होंने शहीद किया गया। ईसाइयां तो अगे ये शब्द जिहड़ा चलदा चलदा इस्लाम धर्म विच आया, और पवित्र कुरान दे विच ये शब्द एक बार नहीं, 2 बार नहीं, शहीद शब्द सीधे रूप दे विच 35 बार आया इस्लाम धर्म दे विच। इत्थे आपां गल शुरू करनी, इस्लाम दे विच शहादत किन्ने किस्म दी है, और गुरु नानक दे घर विच जिहड़ी शहादत है वो किन्ने किस्म दी है। इस्लाम धर्म दे विच आया। मैं आप जी नूं बेनती करा, इस्लाम धर्म दे बानी मुहम्मद साहिब दा जन्म हो रहा 579 79 दे विच। ठीक है जी, और पहली बार 610 दे विच कुरान जिहड़ी है ओदियां आयतां ओदे कन्नां विच पईयां पहली बार। इहदा मतलब उम्र कितनी होई ओदी? 39 साल ना 31 साल। 579 79 ते 21 600 हो गया, ते प्लस 10 31 साल। 31 साल दी उम्र दे विच पहली बार ओदियां कन्नां दे विच कुरान दियां आयतां पईयां। ते मैं कहना सिखा मान कर, जिस गुरु दा शहादत दा दिहाड़ा मना रिया ओदे बारे भट्ट सहमान कहंदे ते जनमत गुरमत ब्रह्म पछाणियो, ते जनमत गुरमत ब्रह्म पछाणियो। गुरु अर्जुन देव जी महाराज, उन्होंने 11 साल अपने पहले अपने नाने गुरु दी झोली विच उन्होंने बताए, ते जनमत गुरमत ब्रह्म पछाणियो। अगे चलिए, इतिहास सामी इतिहास लिखिया, कहंदा कि मुहम्मद साहिब ने एक जंग लड़ी है जी, ते जंग लड़दियां उन्हां दा दंद टुट गया, उन्हां दा दंद टुट गया मुहम्मद साहिब दा। ये उन्हां दा इतिहास कहंदा पिया। ते जदों दंद टुट गया ना, ते ये मुहम्मद साहिब दी टुकड़ी जिहड़ी है ये जंग हार रही सी, ते मुहम्मद साहिब नूं पता सी असीं जे हार गए ते इन्हां ने मैनूं गिरफ्तार कर लेना। ते मुहम्मद साहिब ने एक पखंड कीता, अपने घोड़े तो उतरिया ते बेहोश हो के धरती ते पै गया।
बेहोश होके धरती ते पै गया, दंद अपने बंद कर लए। ते उस समय ਜਿਹੜੇ दुश्मन ਸੀਗੇ ਉਹਨਾਂ ਨੇ ਕਿਹਾ ਵੀ ਦੇਖੋ कि ਇਹ ਜਿੰਦਾ ਕਿ ਮਰਿਆ। ਤੇ ਉਹਨਾਂ ਨੇ ਪੱਥਰ ਚੱਕਿਆ ਤੇ ਪੱਥਰ ਚੱਕ ਕੇ ਉਹਦੇ ਇੱਕ ਦੰਦਾਂ ਤੇ ਮਾਰਿਆ। ਜਦੋਂ ਦੰਦਾਂ ਤੇ ਮਾਰਿਆ ਨਾ, ਇੱਕ ਦੰਦ ਤੇ ਪਹਿਲਾਂ ਹੀ ਟੁੱਟ ਗਿਆ ਸੀ, ਦੂਜਾ ਵੀ ਟੁੱਟ ਗਿਆ। ਉਹ ਜਿਹੜੇ ਇਸਲਾਮ ਧਰਮ ਵਾਲੇ ਆ ਉਹ ਇਹ ਨਹੀਂ ਕਹਿੰਦੇ कि मुहम्मद साहब दा दंद टुटा, वो कहते मुहम्मद साहब दा दंद शहीद होया। मैं कहना जिन्हां दे दंद शहीद होए उन्होंने पूरे मुल्क नूं इस्लाम बना दिता, जिन्हां दे फरजंद शहीद होए उन्होंने सिक्खी दा पसार ते की करना सी, घर चों सिक्खी बाहर निकल गई। असीं कित्थे खड़े हां? 417वां साल गुरु नानक देव जी दा 550 साला मैं इत्थे बना के गया आस्ट्रेलिया की धरती ते। 550 साल ते मैं कईयां नूं पुछया जपजी कंठ है, कहंदे नहीं। 550 साल गुरु नानक देव जी दा कवि संतोख सिंह दे कोल ना एक सिख आया, मेरे वर्गा जी, उन्हें बड़ी टौर टुर कड्डी आ, गात्रा बाहर दी पाया, पग भी सजाई है ना, दमाला भी बन्निया, गल विच गत अपने परना भी पाया। ते कवि संतोख सिंह ने क्या कहंदे भी तू सिख किहदा हैगा? कहंदा मैं गुरु नानक देव जी दा सिख है। कहंदे बह जा मेरे कोल। बह गया जी, बड़े टौर नाल बह गया, पूरा तैयारी कीती है ना, ते बड़े प्यार नाल पुछया, कहंदे पुੱਤ जपजी कंठ है? जिस प्यो दा तू कह रहा कि मेरा प्यो गुरु नानक देव जी है, उस प्यो दा जपजी कंठ है? ते जो इन्नी गल कही ते अंदर अग लग गई। कहंदा बाबा तू मेरा इम्तिहान लैन लगा? कहंदा पुੱਤ मैं इम्तिहान लैन लगा, मैं पुछया कि जपजी कंठ है जिस प्यो नूं मनदा पिया। उत्थे फिर कवि संतोख सिंह जी पता की कहंदे, सिख गुरु का होए गयो जपजी कंठ ना कीन। तेरे हालात पता की है? तंदुल बिन तुक केहे काम, ऐसे सिक्को चीन, तैसे सिक्को तंदुल बिन तुक। नहीं समझे ना? तंदुल किया गया चौलां दे दाणे नूं। तुसी चौलां दे दाणे नूं वखरा कर लो ते फक दी ट्राली भर के मंडी लै जाओ ते ओदा किन्ना को मुल पेगा वो तुहानूं पता ही है। ਉਹਨੂੰ ਕਹਿਣਾ ਲੈ ਜਾ ਇਹਨੂੰ ਜਾ ਕੇ ਘਰ 'ਚ ਚੁੱਲ੍ਹੇ 'ਚ ਬਾਲ ਲੈਣੀ ਤੇ ਸੜਕਾਂ ਤੇ ਸੁੱਟ ਦੇ। ਤੰਦੁਲ ਦਾ ਦਾਣਾ ਕੀ ਹੈ? ਤੰਦੁਲ ਕੀ ਹੈ? ਤੰਦੁਲ ਸਿੱਖਾ ਜਪਜੀ ਸਾਹਿਬ ਹੈ। ਤੁਖ ਤੇਰਾ ਸ਼ਰੀਰ ਹੈ। ਜੇ ਤੇਰੇ ਅੰਦਰ ਜਪਜੀ ਨਹੀਂ ਨਾ ਤੇ ਫਿਰ ਜੇ ਤੂੰ ਕਹੇ ਕਿ ਮੇਰਾ ਲੋਕ ਤੇ ਪਰਲੋਕ ਨਹੀਂ। ਕਹਿੰਦੇ ਸਿੱਖ ਗੁਰੂ ਕਾ ਹੋਏ ਗਇਓ ਜਪਜੀ ਕੰਠ ਨਾ ਕੀਨ, ਤੰਦੁਲ ਬਿਨ ਤੁਖ ਕਹੇ ਕਾਮ, ਤੈਸੇ ਸਿੱਖ ਕੋ चीन। चलो मैं इस पासे ना जावां, मैं बेनती कर रहा सीगा कि जिन्हां दे दंद शहीद होए उन्होंने देखो संसार दे उपर किन्ने कंट्रियां ते अपने इस्लाम धर्म दा प्रचार कीता, ते जिन्हां दे फरजंद शहीद होए उन्होंने सिक्खी दा प्रचार ते की करना सीगा। उन्हां दे अपने घरां दे विचों सिक्खी बाहर निकल गई। शहीद शब्द यहूदियां तो चलिया ईसाइयां कोल आया, ईसाइयां तो चलिया इस्लाम मत विच आया। इस्लाम मत विच उन्हां दी जो पवित्र ग्रंथ है ਉਹਦੇ ਵਿੱਚ 35 ਵਾਰ शहीद शब्द ਵਰਤਿਆ ਗਿਆ। आओ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰੀਏ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਸ਼ਹੀਦ ਸ਼ਬਦ ਕਿੰਨੀ ਵਾਰ ਵਰਤਿਆ ਗਿਆ ਆਪ ਜੀ ਨੂੰ ਸ਼ਾਇਦ ਪਤਾ ਹੋਵੇ। ਸਿਰਫ ਤੇ ਸਿਰਫ 2 ਵਾਰ ਆਇਆ। ਇੱਕ ਵਾਰ ਭਗਤ ਰਵਿਦਾਸ ਜੀ ਦਾ ਮਲਾਰ ਰਾਗ ਦੇ ਵਿੱਚ ਸ਼ਬਦ ਹੈ, ਉਹਦੇ ਵਿੱਚ ਆਇਆ ਸਿੱਧੇ ਤੌਰ ਤੇ, डायरैक्ट तौर ते दूसरी बार धन धन गुरु नानक देव जी महाराज श्री राग दा शब्द है ओदे विच आया। पीर पैगंबर सालक साधक सोहदे और शहीद गुरु नानक देव 2 बार आया। ते तीसरी बार ये शब्द वरतिया भाई साहब भाई गुरदास जी ने अपनी वारां दे विच, अपनियां वारां दे विच भाई गुरदास जी ने वरतिया। 3 बार शब्द जेड़ा भाई गुरदास जी और 2 बार गुरु ग्रंथ साहिब वरतिया गया। शहीद शब्द इस्लाम धर्म विच जिहड़ी शहादत मन्नी गई है ना, शहादत मैं शब्द तां कह रहा भी इहदे नाल साडे बजुर्ग वाकफ है। शहादत दा आखरी अर्थ हुंदा सी गवाही देनी। पुरातन जदों जांदे सी ना कोटां ते कचहरियां विच, बापू की करन चलिया? अज मेरी शहादत है, अज मेरी गवाही है। उत्थे शहादत उहनूं कहंदे सीगे।
ਇਸਲਾਮ ਧਰਮ ਦੇ ਵਿੱਚ ਪਹਿਲਾ ਸ਼ਹੀਦ ਉਹਨੂੰ ਮੰਨਿਆ ਗਿਆ ਜਿਹੜਾ ਆਪਣੇ ਧਰਮ ਤੋਂ ਸ਼ਹੀਦ ਹੁੰਦਾ, ਉਹਨੂੰ ਸਧਾਰਨ ਤੌਰ ਤੇ ਸ਼ਹੀਦ ਕਹਿਤਾ। ਦੂਸਰਾ ਸ਼ਹੀਦੇ ਵਤਨ। ਸ਼ਹੀਦੇ ਵਤਨ ਆਪਣੇ ਦੇਸ਼ ਦੀ ਰੱਖਿਆ ਕਰਦੇ ਹੋਏ ਜਿਹੜੇ ਫੌਜੀ ਆ ਬਾਰਡਰਾਂ ਤੇ ਹੁੰਦੇ ਆ ਸ਼ਹੀਦ, ਉਹਨਾਂ ਨੂੰ ਸ਼ਹੀਦੇ ਵਤਨ ਕਿਹਾ ਗਿਆ। ਤੀਸਰਾ ਹੈ ਸ਼ਹੀਦੇ ਆਜ਼ਮ। ਆਜ਼ਮ ਦਾ ਅਖਰੀ ਅਰਥ ਹੈ ਵੱਡਾ, ਜਿਹੜਾ ਆਪਣੀ ਕੌਮ ਦੇ ਲਈ ਸ਼ਹਾਦਤ ਦਿੰਦਾ ਉਹਨੂੰ ਸ਼ਹੀਦੇ ਆਜ਼ਮ। ਅਸੀਂ ਵੀ ਕਹਿੰਦੇ ਨਾ ਭਗਤ ਸਿੰਘ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ। ਸ਼ਹੀਦੇ ਆਜ਼ਮ ਦਾ ਅਖਰੀ ਅਰਥ ਹੈ ਵੱਡਾ, ਜਿਹਦੀ ਸ਼ਹਾਦਤ ਆਪਣੀ ਕੌਮ ਵਾਸਤੇ ਹੋਵੇ, ਵੱਡੀ ਹੋਵੇ, ਉਹਨੂੰ ਕਹਿੰਦੇ ਆ ਸ਼ਹੀਦੇ ਆਜ਼ਮ। ਕਿੰਨੇ ਹੋ ਗਏ? 3 ਹੋ ਗਏ। ਚੌਥਾ ਹੈ ਸ਼ਹੀਦੇ ਮੁਹੱਬਤ। ਚਲੋ ਮੁਹੱਬਤ ਨੂੰ ਗੁਰਮਤ ਨਹੀਂ ਮੰਨਦੀ ਜੀ, ਜਿੱਦਾਂ ਲੈਲਾ ਤੇ ਮਜਨੂ, ਹੀਰ ਰਾਂਝਾ, ਇਹਨੂੰ ਗੁਰਮਤ ਨਹੀਂ ਮੰਨਦੀ, ਲੇਕਿਨ ਇਸਲਾਮ ਧਰਮ ਵਾਲੇ ਜਿਹੜਾ ਜਿਹਦੇ ਵਾਸਤੇ ਮਰ ਜਾਵੇ ਉਹਨੂੰ ਸ਼ਹੀਦੇ ਮੁਹੱਬਤ ਕਹਿੰਦੇ ਆ। ਉਹਨੂੰ ਕਹਿੰਦੇ ਵੀ ਇਹ ਜਿੱਦਾਂ ਮਿਰਜ਼ਾ ਸੀਗਾ ਉਹ ਮਰਿਆ ਸਾਹਿਬਾਂ ਦੇ ਵਾਸਤੇ, ਤੇ ਮਿਰਜ਼ੇ ਨੂੰ ਸ਼ਹੀਦੇ ਮੁਹੱਬਤ ਕਿਹਾ ਗਿਆ। ਹੀਰ ਤੇ ਰਾਂਝਾ ਇਹ ਜਿਹੜੇ ਹੈਗੇ ਆ। ਹੁਣ ਪੰਜਵਾਂ ਕੀ ਆ? ਪੰਜਵਾਂ ਹੈ ਸ਼ਹੀਦੇ ਕਰਬਲਾ। ਕਰਬਲਾ ਕੀ ਹੈ? ਕਰਬਲਾ ਬਗਦਾਦ ਦੇ ਨੇੜੇ ਇੱਕ ਦਰਿਆ ਹੈ, ਉਸ ਦਰਿਆ ਦੇ ਲਾਗੇ ਜਗ੍ਹਾ ਹੈ, ਉਸ ਜਗ੍ਹਾ ਦਾ ਨਾਮ ਹੈ ਕਰਬਲਾ। ਕਰਬਲਾ ਦੇ ਵਿੱਚ ਮੁਹੰਮਦ ਸਾਹਿਬ ਦੇ ਦੋਤੇ ਹਸਨ ਤੇ ਹੁਸੈਨ ਛੋਟੀ ਉਮਰ ਦੇ ਵਿੱਚ ਉਹਨਾਂ ਨੂੰ ਕਮਰੇ ਵਿੱਚ ਬੰਦ ਕਰਕੇ ਭੁੱਖਿਆਂ ਰੱਖ ਕੇ ਤਿਆਏ ਰੱਖ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਉਹਨਾਂ ਨੂੰ ਕਹਿੰਦੇ ਆ ਸ਼ਹੀਦੇ ਕਰਬਲਾ। ਹੁਣ ਅੱਗੇ ਚਲੀਏ ਆਪਾਂ। ਪੰਜਾਬ ਦੀ ਧਰਤੀ ਤੇ ਨਾ ਦਸੰਬਰ ਮਹੀਨੇ ਦੇ ਵਿੱਚ ਜੰਮੂ ਕਸ਼ਮੀਰ ਤੋਂ ਲੱਕੜਾਂ ਕੱਟਣ ਵਾਲੇ ਪਠਾਨ ਆਉਂਦੇ, ਆਪਾਂ ਨੂੰ ਰਾਸ਼ੇ ਕਹਿੰਦੇ ਆਪਣੀ ਭਾਸ਼ਾ ਵਿੱਚ, ਪਠਾਨ ਆਉਂਦੇ ਆ। ਉਹਨਾਂ ਨੂੰ ਕਿਤੇ ਤੁਸੀਂ ਨਾ ਸ਼ਹੀਦੇ ਕਰਬਲਾ ਦੇ ਬਾਰੇ ਪੁੱਛਿਓ। ਜਦੋਂ ਉਹ ਸ਼ਹੀਦੇ ਕਰਬਲਾ ਦੀ ਗੱਲ ਸੁਣਾਉਣਗੇ ਨਾ ਤੇ ਮਹਾਰਾਜ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਆਂਸੂ ਆ ਜਾਂਦਾ ਵੈ। ਉਹ ਕਹਿੰਦੇ ਆ ਹਰ ਮੁਸਲਮਾਨ ਜਿੰਦਾ ਹੋਤਾ ਹੈ ਕਰਬਲਾ ਕੇ ਬਾਅਦ। ਜਦੋਂ ਉਹਨੂੰ ਕਰਬਲਾ ਦੀ ਗੱਲ ਸੁਣਾਈ ਜਾਂਦੀ ਹੈ ਨਾ ਤੇ ਮੁਸਲਮਾਨ ਜਿਹੜਾ ਜਿੰਦਾ ਹੁੰਦਾ, ਜਦੋਂ ਉਹ ਕਰਬਲਾ ਦੀ ਸਾਖੀ ਸੁਣਾਉਂਦੇ ਆ, ਗਾਥਾ ਸੁਣਾਉਂਦੇ ਆ, ਤੇ ਉਹ ਨਾਲ ਰੋ ਪੈਂਦੇ ਆ। ਤੇ ਮੈਂ ਕਹਿੰਦਾ ਸਿੱਖਾ, ਉਹਨਾਂ ਦੇ 2 ਸ਼ਹੀਦ ਤੇ ਉਹ ਰੋਂਦੇ ਆ ਉਹਨਾਂ ਦੀ ਗਾਥਾ ਸੁਣਾਉਣ ਵਾਸਤੇ। ਤੇ ਤੇਰੇ ਗੁਰੂ ਘਰ ਵਿੱਚ ਘੱਟੋ ਘੱਟ 2 ਵਾਰ ਅਰਦਾਸ ਹੁੰਦੀ ਹੈ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਬੰਦ ਬੰਦ ਖੋਪਰੀਆਂ। ਤੇ ਉਦੋਂ ਸਾਡਾ ਧਿਆਨ ਪਤਾ ਕਿੱਥੇ ਗਿਆ ਹੁੰਦਾ? ਮਾਫ ਕਰਨਾ ਜਿਹੜੀ ਗੱਲ ਕਹਿਣ ਲੱਗਾ ਜੀ, ਕਿ ਮੈਂ ਕੰਮ ਤੋਂ ਲੇਟ ਹੋ ਰਿਹਾ, ਫਟਾਫਟ ਭੱਜ ਜਾਈਏ। ਉਦੋਂ ਹੀ ਯਾਦ ਆਉਂਦਾ ਜਦੋਂ ਭਾਈ ਸਾਹਿਬ ਜੀ ਕਹਿੰਦੇ ਆ ਖਾਲਸਾ ਜੀ ਬੋਲੋ ਜੀ, ਬਸ ਉਦੋਂ ਯਾਦ ਆਉਂਦਾ ਮੈਂ ਅਰਦਾਸ ਵਿੱਚ ਖੜਾ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ, ਤਿਨਾਂ ਦਾ ਧਿਆਨ ਧਰ ਕੇ ਬੋਲੋ ਜੀ। ਉਦੋਂ ਫਟ ਯਾਦ ਆਉਂਦਾ ਕਿ ਮੈਂ ਅਰਦਾਸ 'ਚ ਖੜਾ, ਪਤਾ ਹੀ ਨਹੀਂ ਅਰਦਾਸ ਕਿੱਦਾਂ ਚੱਲੀ ਜਾ ਰਹੀ ਹੈ। ਇਹ ਸਾਡੇ ਹਾਲਾਤ ਹੈ ਜੀ, ਇਹ ਸਾਡੇ ਹਾਲਾਤ ਹੈ। ਹੁਣ ਗੁਰੂ ਨਾਨਕ ਦੇ ਘਰ ਦੇ ਵਿੱਚ ਜਿਹੜੀ ਸ਼ਹਾਦਤ, ਉੱਥੇ ਸ਼ਹਾਦਤ ਹੋ ਗਈ 5 ਕਿਸਮ ਦੀ। ਕਿਉਂਕਿ ਮੈਂ ਨਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਮੇਨ ਜਿਹੜਾ ਪ੍ਰਸੰਗ ਹੈ ਉਹ ਐਤਵਾਰ ਤੱਕ ਲੈ ਕੇ ਜਾਣਾ। ਮੈਂ ਉਹਨਾਂ ਦਾ ਜੀਵਨ ਸਟਾਰਟ ਕਰ ਰਿਹਾ ਸਟੈਪ ਬਾਏ ਸਟੈਪ। ਮੈਂ ਚਾਹੁੰਦਾ ਕਿ ਉਹਨਾਂ ਦਾ ਜੀਵਨ ਜਿਹੜਾ 11 ਸਾਲ ਗੋਇੰਦਵਾਲ ਦੀ ਧਰਤੀ ਤੇ ਰਿਹਾ, ਉੱਥੋਂ ਆਪਾਂ ਸ਼ੁਰੂ ਕਰੀਏ ਤੇ ਫਿਰ ਆਪਾਂ ਚੱਲੀਏ। ਮੈਂ ਜਿਹੜੀ ਬੇਨਤੀ ਕਰਨ ਲੱਗਾ ਸੀ, ਗੁਰੂ ਨਾਨਕ ਦੇ ਘਰ ਦੇ ਵਿੱਚ ਸ਼ਹਾਦਤ 2 ਕਿਸਮ ਦੀ ਸ਼ਹਾਦਤ ਹੈ ਜੀ। ਇੱਕ ਸ਼ਹਾਦਤ ਹੈ ਸਿੱਦਕੀ ਸ਼ਹੀਦੀ। ਸਿੱਦਕੀ ਉਹਨੂੰ ਕਹਿੰਦੇ ਆ ਜਿਹੜਾ ਅੱਗੇ ਤੋਂ ਕਿਸੇ ਦਾ ਵਿਰੋਧ ਨਹੀਂ ਕਰਦਾ, ਜਿਹਨੂੰ ਕਹਿੰਦੇ ਆ ਤੇਰਾ ਕੀਆ। ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਸ਼ਹਾਦਤ ਵਿੱਚ ਆ ਰਹੇ ਆ, ਤੇਰਾ ਕੀਆ ਮੀਠਾ ਲਾਗੇ। ਅੱਛਾ, ਇਹ ਮਹਾਰਾਜ ਨੇ ਸ਼ਬਦ ਕਿੱਥੇ ਕਹੇ ਹੈ? ਬੜੀ ਮਸ਼ਹੂਰ ਹੈ ਗਾਥਾ, ਹਨਾ? ਕਿੱਥੇ ਕਹੇ ਮਹਾਰਾਜ ਨੇ ਬਹਿ ਕੇ? ਹਾਂ ਬੋਲੋ ਸ਼ਾਬਾਸ਼। ਲਾਹੌਰ ਮਹਾਰਾਜ ਬੈਠੇ ਕਿੱਥੇ ਸੀਗੇ? ਤਵੀ ਤੇ ਬੈਠੇ ਸੀ, ਹਨਾ? ਕਿੰਨੀ ਸੇਕ ਸੀਗਾ ਨਾ। ਤੇ ਅਸੀਂ ਏਸੀ ਕਮਰੇ ਵਿੱਚ ਵੀ ਬਹਿ ਕੇ ਨਹੀਂ ਤੇਰਾ ਕੀਆ ਮੀਠਾ ਲਾਗੇ ਕਹਿੰਦੇ। ਤੁਸੀਂ ਕਹਿਣਾ ਅੱਜ ਭਾਈ ਸਾਹਿਬ ਹੋਈ ਸਾਡੇ ਦੁਆਲੇ ਗਏ, ਪਰ ਅਸਲੀਅਤ ਹੈ, ਮਾਫ ਕਰਨਾ। ਸਾਲ ਬਾਅਦ ਆਉਣਾ ਤੁਹਾਡੇ ਕੋਲ ਮੈਂ ਦੁਬਾਰਾ। ਹੁਣ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ। ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਵੀ ਤੇ ਬਹਿ ਕੇ ਇਹ ਕਹਿ ਰਹੇ ਆ। ਤੇ ਸਿੱਖਾ, ਤੇਰੀ ਗੱਡੀਆਂ 'ਚ ਏਸੀ, ਤੇਰੀਆਂ ਗੱਡੀਆਂ 'ਚ ਹੀਟ ਲੱਗੇ ਹੋਏ ਆ। ਮੈਂ ਬਾਰ-ਬਾਰ ਬੇਨਤੀ ਕਰਾਂ, ਮਾਰਗ ਚਲਤ ਹਰੇ ਹਰ, ਇਹ ਅਵਸਥਾ ਬਣਾ ਲਓ ਆਪਣੀ। ਜਦੋਂ ਗੱਡੀ ਤੇ ਬਹਿੰਦੇ ਹੋ ਨਾ, ਤੇ ਜੇ 10 ਤੋਂ 15 ਮਿੰਟ ਦੀ ਡਰਾਈਵ ਆਪਾਂ ਇੱਥੋਂ ਸ਼ੁਰੂ ਕਰ ਲਈਏ,
ज़्यादा ना आपां करिए। 10 ਤੋਂ 15 ਮਿੰਟ ਦੀ ਡਰਾਈਵ ਹੈ, ਉਨੀ ਕੁ ਦੇਰ ਫੋਨ ਫਨ ਕਰ ਦਈਏ ਬੰਦ। ਤੇ ਇੱਕ ਸਾਡੇ ਵਿਦਵਾਨ ਹੋਏ ਆ ਜੀ, ਭਾਈ ਸਾਹਿਬ ਭਾਈ ਬੁੱਧ ਸਿੰਘ ਜੀ, ਉਹ ਕਹਿੰਦੇ ਵੀ ਜਪਜੀ ਸਾਹਿਬ ਦੀਆਂ ਪਹਿਲੀਆਂ 5 ਪੌੜੀਆਂ ਸਟੀਅਰਿੰਗ ਤੇ ਬੈਠਣ ਲੱਗਿਆ ਤੇ ਚੁਪਈ ਸਾਹਿਬ ਦਾ ਪਾਠ, ਹਮਰੀ ਕਰੋ ਹਾਥ ਦੇ ਪੂਰਨ ਹੋਏ, ਅਰਦਾਸ ਨਾਲ ਕਰ ਦਾਤਿਆ ਮੈਂ ਜ਼ਿੰਦਗੀ ਆਪਣੀ ਸੜਕ ਤੇ ਖਿਲਾਰਨ ਲੱਗਾ, ਮੈਂ ਤੇਰੇ ਚਰਨਾਂ 'ਚ ਅਰਦਾਸ ਹੈ ਕਿ ਇਸ ਜ਼ਿੰਦਗੀ ਨੂੰ ਇਸੇ ਤਰ੍ਹਾਂ ਬੱਚਿਆਂ ਤੱਕ ਪਿੱਛੇ ਪਹੁੰਚਾ ਦੇਣਾ। ਜ਼ਰੂਰੀ ਹੈ ਇਹ ਗੱਲਾਂ ਸ਼ੁਰੂ ਕਰੋ। ਕਿੰਨਾ ਕੁ ਸਮਾਂ ਲੱਗਦਾ? ਵੱਧ ਤੋਂ ਵੱਧ 1.5 ਮਿੰਟ ਜਪਜੀ ਸਾਹਿਬ ਦੀਆਂ 5 ਪੌੜੀਆਂ ਤੇ 2.5 ਮਿੰਟ 3 ਮਿੰਟ ਚੌਪਈ ਸਾਹਿਬ ਨੂੰ, ਇਸ ਤੋਂ ਜ਼ਿਆਦਾ ਸਮਾਂ ਨਹੀਂ ਲੱਗਦਾ। ਤੇ ਬਾਬਾ ਕਬੀਰ ਜੀ ਕਹਿੰਦੇ ਏਕ ਘੜੀ ਆਦੀ ਹੂੰ, ਤੇ ਬਾਬਾ ਕਬੀਰ ਜੀ 6 ਮਿੰਟ ਦੀ ਗੱਲ ਕਰਦੇ ਆ, ਕਹਿੰਦੇ 6 ਮਿੰਟ ਹੀ ਕਹਿੰਦੇ ਤੂੰ ਨਾਮ ਜਪ ਲੈ, ਕਹਿੰਦੇ ਜ਼ਿਆਦਾ ਨਾ। ਕਹਿੰਦੇ ਗੁਰੂ ਨਾਨਕ ਦੇ ਘਰ ਦੇ ਵਿੱਚ ਸ਼ਹਾਦਤ 2 ਕਿਸਮ ਦੀ ਹੈ, ਸਿੱਦਕੀ ਸ਼ਹੀਦੀ, ਜਿਹਦੇ ਵਿੱਚ ਗੁਰੂ ਤੇਗ ਬਹਾਦਰ ਜੀ ਮਹਾਰਾਜ ਆ ਰਹੇ ਹੈ, ਤੇ ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਿਗਰ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ, ਉਹਨਾਂ ਨੇ ਕੋਈ ਵਿਰੋਧ ਨਹੀਂ ਕੀਤਾ। ਉਹਨੂੰ ਕਹਿੰਦੇ ਆ ਤੇਰਾ ਕੀ ਆ, ਜੋ ਤੁਧ ਭਾਵੇ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਦੂਸਰੀ ਸ਼ਹੀਦੀ ਹੈ ਜੁਝਾਰੂ ਸ਼ਹੀਦੀ, ਜਿਹਨੂੰ ਕਹਿੰਦੇ ਆ ਗਗਨ ਦਮਾਮਾ ਬਾਜਿਓ, ਭਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ, ਅਬ ਜੂ ਜਨ ਕੋ ਸੂਰਾ ਸੋ ਪਹਿਚਾਨੀਐ, ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ, ਕਬਹੂ ਨਾ ਛਾੜੇ। ਅਸੀਂ ਨਾ ਬੀਬੀਆਂ ਨੂੰ ਯਾਦ ਕਰਦੇ ਹਾਂ ਅਰਦਾਸ ਦੇ ਵਿੱਚ। ਮੈਂ ਇੱਕ ਛੋਟੀ ਜੀ ਗਾਥਾ ਆਪ ਜੀ ਦੇ ਸਾਹਮਣੇ ਰੱਖਾਂ। ਅਰਦਾਸ ਵਿੱਚ ਯਾਦ ਕਰਦੇ ਹਾਂ ਜਿਨ੍ਹਾਂ ਸਿੰਘਾਂ ਤੇ ਸਿੰਘਣੀਆਂ ਨੇ। ਮੀਰ ਮੰਨੂ ਦਾ ਸਮਾਂ ਆਇਆ ਮੇਰੀਓ ਧੀਓ ਤੇ ਭੈਣੋ, ਤੇ ਮੀਰ ਮੰਨੂ ਨੇ ਆਪਣੇ ਨਾ ਸਾਰੇ ਜਿਹੜੇ ਸੀਗੇ ਉਹਦੇ ਵਜ਼ੀਰ, ਉਹਨਾਂ ਦੀ ਇਕੱਠ ਕੀਤਾ, ਉਹਨਾਂ ਦਾ ਤੇ ਉਹਨਾਂ ਦਾ ਇਕੱਠ ਕੀਤਾ ਤੇ ਉਹਨਾਂ ਨੂੰ ਪੁੱਛਿਆ ਵੀ ਇਹ ਇੱਥੇ ਬਾਬਰ ਆਇਆ, ਹਿਮਾਯੂ ਆਇਆ, ਜਹਾਂਗੀਰ ਆਇਆ, ਔਰੰਗਜ਼ੇਬ ਤੱਕ ਆਏ, ਫਰਕਸ਼ੀਅਰ ਆਇਆ, ਚੱਕਰ ਕੀ ਆ, ਇਹ ਆਪਣਾ ਜਿਹੜਾ ਆਪਣੇ ਇਹ ਜ਼ਕਰੀਆ ਖਾਨ ਆਇਆ, ਇਹ ਮੁੱਕਦੇ ਹੀ ਨਹੀਂ ਗਏ। ਕਾਰਨ ਕੀ ਆ, ਮੁੱਕਦੇ ਨਹੀਂ ਹੈ। ਤੇ ਵੈਸੇ ਮੀਰ ਮੰਨੂ ਦੇ ਸਮੇਂ ਤੇ ਹੀ ਉਹ ਕਹਾਵਤ ਬਣੀ ਸੀ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ, ਮੰਨੂ ਜਿਉਂ ਜਿਉਂ ਸਾਨੂੰ ਵੜਦਾ ਅਸੀਂ, ਤੇ ਅਸੀਂ ਨਾ ਕੜਾਹ ਪ੍ਰਸ਼ਾਦ ਦੀ ਦੇਗ ਲੈਣਾ, ਕਹਿੰਦੇ ਸਵਾਇਆ ਦਿਓ। ਸਵਾਇਆ ਦਾ ਮਤਲਬ ਹੁੰਦਾ ਵਾਧਾ, ਥੋੜਾ ਕਹਿ ਦਿਆ ਕਰੋ ਜੇ ਨਹੀਂ ਪਚਦਾ ਤੇ ਐਵੇਂ ਸਵਾਇਆ 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 ਦਾ ਦੇਖੋ ਅੱਖਰ ਤੇ ਦੇਖੋ ਉਹਦਾ ਮਤਲਬ ਕੀ ਹੈ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਮੰਨੂ ਜਿਉਂ ਜਿਉਂ ਸਾਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ। ਤੇ ਮੰਨੂ ਨੇ ਸਾਰੇ ਆਪਣੇ ਇਕੱਠੇ ਕਰ ਲਏ ਤੇ ਉਹਨਾਂ ਨੇ ਕਿਹਾ ਜਿਸ ਧਰਤੀ ਦੇ ਹੇਠੋਂ ਜਦੋਂ ਪਾਣੀ ਵਗਣ ਤੋਂ ਨਾ ਹਟੇ, ਫਿਰ ਲੱਭਿਆ ਜਾਂਦਾ ਵੀ ਉਹ ਧਰਤੀ ਦਾ ਸੋਮਾ ਕੀ ਹੈ, ਪਾਣੀ ਕਿੱਥੋਂ ਆ ਰਿਹਾ। ਉਹ ਨਹਿਰਾਂ, ਉਹ ਜਿਹੜੇ ਬੋਰ ਹੈ ਉਹ ਬੰਦ ਕੀਤੇ। ਕਹਿੰਦਾ ਮਤਲਬ ਕੀ ਹੈ, ਕਹਿੰਦਾ ਇਹਨਾਂ ਨੂੰ ਛੱਡ ਦਿਓ, ਇਹਨਾਂ ਦੀਆਂ ਜਨਾਨੀਆਂ ਨਾਲ ਕਹਿੰਦਾ ਜੇਲਾਂ ਭਰ ਦਿਓ। ਹੋਇਆ ਸੀ ਨਾ ਇਦਾਂ, ਬੀਬੀਆਂ ਨਾਲ ਜੇਲਾਂ ਭਰੀਆਂ ਤੇ ਉਹਨਾਂ ਦੇ ਗਲਾਂ ਦੇ ਵਿੱਚ ਬੱਚਿਆਂ ਦੇ ਹਾਰ। ਚਲੋ ਬੀਬੀਆਂ ਨੂੰ ਜੀ ਜੇਲਾਂ ਵਿੱਚ ਭਰ ਦਿੱਤਾ ਗਿਆ, ਮੀਰ ਮੰਨੂ ਦੇ ਸਮੇਂ ਦੀ ਗੱਲ ਹੈ। ਤੇ ਜਦੋਂ ਬੀਬੀਆਂ ਨੂੰ ਜੇਲਾਂ ਵਿੱਚ ਭਰ ਦਿੱਤਾ ਗਿਆ ਤੇ ਮੀਰ ਮੰਨੂ ਨਾ ਦੁਪਹਿਰੇ ਆਇਆ ਜੀ। ਇੱਕ ਮੀਰ ਮੰਨੂ ਦੇ ਨਾਲ 2 ਉਹਦੇ ਸਿਪਾਹੀ ਹੈ, ਇੱਕ ਦੇ ਹੱਥ ਵਿੱਚ ਤਲਵਾਰ ਹੈ, ਕਿਰਪਾਨ ਨਹੀਂ ਕਦੀ ਵੀ ਕਹਿਣਾ ਕਿਉਂਕਿ ਇਹ ਇੱਕ ਜ਼ੁਲਮ ਕਰ ਰਹੀ ਹੈ। ਇੱਕ ਦੇ ਹੱਥ ਵਿੱਚ ਤਲਵਾਰ ਹੈ ਤੇ ਦੂਜੇ ਦੇ ਹੱਥ ਵਿੱਚ ਨੇਜਾ ਹੈ। ਤੇ ਉਹਨੇ ਆ ਕੇ ਕੀ ਦੇਖਿਆ, ਇੱਕ ਬੀਬੀ ਕੀ ਕਰ ਰਹੀ ਹੈ, ਉਹਦਾ 7 ਕੁ ਮਹੀਨੇ ਦਾ 8 ਕੁ ਮਹੀਨੇ ਦਾ ਬੱਚਾ ਤੇ ਬੱਚੇ ਨੂੰ ਛਾਤੀ ਨਾਲ ਲਾ ਕੇ ਦੁੱਧ ਪਿਲਾ ਰਹੀ ਹੈ। ਇੱਕ ਹੱਥ ਨਾਲ ਇਦਾਂ ਫੜਿਆ, ਦੂਜੇ ਹੱਥ ਨਾਲ ਚੱਕੀ ਪੀ ਰਹੀ ਹੈ ਤੇ ਕੁਝ ਜ਼ੁਬਾਨ ਤੋਂ ਬੋਲ ਰਹੀ ਹੈ। ਜ਼ੁਬਾਨ ਤੋਂ ਕੁਦਰਤੀ ਗੱਲ ਹੈ, ਬੀਬੀ ਪਾਠ ਕਰ ਰਹੀ ਸੀਗੀ, ਆਪਾਂ ਨੂੰ ਪਤਾ। ਉਹਨੇ ਕਿਹਾ ਇਹਦੀ ਗੋਦੀ ਚੋਂ ਬੱਚਾ ਚੱਕਿਆ ਜਾਵੇ। ਉਸ ਬੱਚੇ ਨੂੰ ਗੋਦੀ ਚੋਂ ਚੱਕਿਆ ਗਿਆ। ਕਹਿੰਦਾ ਇਸ ਬੱਚੇ ਨੂੰ ਹਵਾ ਵਿੱਚ ਉਛਾਲਿਆ ਜਾਵੇ ਤੇ ਜਿਹੜੇ ਨੇਜਾ ਫੜਿਆ ਸੀ ਉਹਨੂੰ ਕਿਹਾ ਆਉਂਦੇ ਬੱਚੇ ਨੂੰ ਨੇਜੇ ਦੇ ਵਿੱਚ ਟੰਗਿਆ ਜਾਵੇ। ਉਸ ਜੀਂਦੇ ਬੱਚੇ ਨੂੰ ਨੇਜੇ ਵਿੱਚ ਟੰਗਿਆ ਗਿਆ। ਫਿਰ ਉਹਨੂੰ ਕਿਹਾ ਇਸ ਨੇਜੇ ਨੂੰ ਰਿੜਕਿਆ ਜਾਵੇ। ਜਦੋਂ ਨੇਜੇ ਨੂੰ ਬੱਚੇ ਦੇ ਪੇਟ ਵਿੱਚ ਰਿੜਕਿਆ ਗਿਆ, ਉਹਦੀਆਂ ਆਂਦਰਾਂ ਬਾਹਰ ਆਈਆਂ, ਆਂਦਰਾਂ ਨੂੰ ਖਿੱਚਿਆ ਗਿਆ, ਮਾਂ ਦੇ ਗਲ 'ਚ ਪਾਇਆ ਗਿਆ। ਜਿਹਦੇ ਹੱਥ ਵਿੱਚ ਤਲਵਾਰ ਸੀ ਉਹਨੂੰ ਕਿਹਾ ਤਲਵਾਰ ਦੇ ਨਾਲ ਇਹਦਾ ਸੀਸ ਜਿਹੜਾ ਕਲਮ ਕੀਤਾ ਜਾਵੇ। ਜਦੋਂ ਉਸ ਤਲਵਾਰ ਦੇ ਨਾਲ ਸੀਸ ਕਲਮ ਕੀਤਾ, ਉਹ ਸੀਸ ਮਾਂ ਦੀ ਗੋਦੀ ਵਿੱਚ ਰਿੜਦਾ ਰਿੜਦਾ ਗਿਆ। ਇੱਥੇ ਬਾਬਾ ਕਬੀਰ ਜੀ ਕਹਿੰਦੇ ਆ, ਕਬੀਰ ਜੋ ਤੋਹੇ ਸਾਧ ਭਰਮ ਕੀ
ਸੀਸ ਕਾਟ ਕਰ ਗੋਏ, ਖੇਲਤ ਖੇਲਤ ਹਾਲ ਕਰ, ਜੋ ਕਿਛ ਹੋਏ ਤਾਂ। ਜੇ ਕਹਿੰਦੇ ਪਰਮਾਤਮਾ ਨੂੰ ਮਿਲਣ ਦੀ ਤੈਨੂੰ ਸੱਧਰ ਆ ਨਾ, ਤੇ ਸਿਰ ਵੱਢ ਕੇ ਕਹਿੰਦੇ ਗੇਂਦ ਬਣਾ ਦੇ, ਫਿਰ ਜਿਹੜਾ ਠੁੱਡਾ ਮਾਰੇ ਪਰਵਾਹ ਨਾ ਕਰ। ਕਬੀਰ ਜੋ ਤੋਹੇ ਸਾਧ ਪਿਰਮ ਕੀ, ਪਿਰਮ ਮੈਨੇ ਉਹ ਪਰਿਪੂਰਨ ਪਰਮਾਤਮਾ, ਸਾਧ ਦਾ ਕ੍ਰਿਅਰਥ ਹੈ ਸੱਧਰ, ਤੇਰੇ ਮਨ ਦੀ ਇੱਛਾ। ਕਬੀਰ ਜੋ ਤੋਹੇ ਸਾਧ ਪਿਰਮ ਕੀ, ਸੀਸ ਕਾਟ ਕਰ ਗੋਏ, ਖੇਲਤ ਖੇਲਤ ਹਾਲ ਕਰ, ਜੋ ਕਿਛ ਹੋਏ ਤਾਂ ਹੋਏ। ਉਹ ਮਾਂ ਨੇ ਨਾ ਸੀਸ ਚੱਕਿਆ ਤੇ ਆਪਣੀ ਗੋਦੀ ਵਿੱਚ ਰੱਖਿਆ, ਕਹਿੰਦਾ ਹੁਣ ਦੇਖਿਓ, ਕਹਿੰਦਾ ਇਹਦਾ ਕੀ ਹਾਲ ਹੋਣੀ ਹੈ। ਉਹ ਚਲਾ ਗਿਆ, ਸ਼ਾਮ ਨੂੰ ਆਇਆ ਤੇ ਉਹ ਮਾਂ ਪਤਾ ਕੀ ਪੜ ਰਹੀ ਹੈ, ਆਨੰਦ ਭਿਆ ਮੇਰੀ ਸਤਿਗੁਰੂ ਮੈਂ ਸਤਿਗੁਰਤਾ ਪਾਇਆ। ਪੜਦਿਆਂ ਪਹੁੰਚ ਗਈ, ਅਨੰਦ ਸੁਨੋ ਵਡ ਭਾਗਿਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁੱਖ ਰੋਗ ਸੰਤਾਪ ਉਤਰੇ। ਜਦੋਂ ਨੇ ਕਿਹਾ ਨਾ ਦੁੱਖ ਰੋਗ ਸੰਤਾਪ ਉਤਰੇ, ਕਹਿੰਦਾ ਤੇਰੇ ਕਿਹੜੇ ਦੁੱਖ ਉਤਰ ਗਏ ਆ ਬਈ, ਮੈਂ ਤੇ ਸੋਚਿਆ ਸੀਗਾ ਵੀ ਤੂੰ ਪਿੱਟ ਦੀ ਹੋਵੇਂਗੀ, ਤੇ ਮੈਨੂੰ ਇਹ ਤਾਂ ਦੱਸ ਦੇ ਤੂੰ ਕਿਹਦੇ ਨਾਲ ਜੁੜੀ ਹੋਈ ਹੈ। ਉੱਥੇ ਫਿਰ ਮਾਂ ਪੜਦੀ ਪਹੁੰਚੀ, ਰੱਖੇ ਰੱਖਣ ਹਾਰ ਆਪ ਉਬਾਰਿਆਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ, ਹੋਵਾ ਆਪ ਦਇਆਲ ਮਨ ਹੋ ਨਾ ਵਿਸਾਰਿਆਨ, ਸਾਧ ਜਨਾ ਕੇ ਸੰਗ ਭਵਜਲ ਤਾਰਿਆਨ। ਨਾ ਮੀਰ ਮਨੂ ਤੇਰੇ ਵਰਗੇ ਸਾਕਤ ਨਿੰਦਕ ਦੁਸ਼ਟ, ਖਿਨ ਮਾਹੇ ਬਿਦਾਰਿਆਨ, ਤੇ ਸਾਹਿਬ ਕੀ ਟੇਕ, ਮੈਂ ਉਹਦੇ ਨਾਲ ਮੀਰ ਮਨੂ ਜੁੜੀ ਹੋਈ ਹਾਂ। ਮੈਂ ਮੀਰ ਮਨੂ, ਮੇਰੇ ਕਹਿਣ ਤੋਂ ਭਾਵ ਅਗਰ ਮੇਰੀਆਂ ਧੀਆਂ ਦਾ ਭੈਣਾਂ ਦਾ ਨਾਮ ਆਇਆ ਨਾ, ਤੇ ਉਹਨਾਂ ਨੇ ਵੀ ਕੁਰਬਾਨੀ ਬਹੁਤ ਕੀਤੀ ਹੈ ਸਿੱਖ ਕੌਮ ਦੇ ਵਾਸਤੇ, ਸਿੱਖ ਧਰਮ ਦੇ ਵਾਸਤੇ। ਆਪਾਂ ਬੇਨਤੀ ਕਰ ਰਹੇ ਸੀਗੇ, ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੇ ਆਪਾਂ ਸਵਈਏ ਜਦੋਂ ਪੜ੍ਹਦੇ ਆ ਨਾ, ਪਹਿਲਾ ਸਵਈਆ ਪੜ੍ਹ ਕੇ ਦੇਖਿਓ, ਉਹਦੇ ਵਿੱਚ ਪੰਕਤੀ ਆਉਂਦੀ ਹੈ, ਸਿਮਰੰਗ ਸੋਈ ਪੁਰਖ ਅਚਲ ਅਬਨਾਸੀ, ਜਿਸ ਸਿਮਰਤ ਦੁਰਮਤ ਮਲ ਨਾਸੀ। ਠੀਕ ਹੈ, ਉਹ 'ਚ ਪੰਕਤੀ ਆਉਂਦੀ ਹੈ, ਗੁਰ ਅਰਜਨ ਘਰ ਗੁਰ ਰਾਮਦਾਸ, ਭਗਤ ਉੱਤਰ ਆਇਓ। ਦੁਨੀਆ ਦੇ ਘਰ 'ਚ ਪੁੱਤਰ ਬੜੇ ਪੈਦਾ ਹੁੰਦੇ ਆ, ਪਰ ਜੇ ਇਹ ਜਿਹੜਾ ਜੰਮਿਆ ਨਾ, ਇਹ ਪਰਮਾਤਮਾ ਦਾ ਭਗਤ ਹੈ। ਫਿਰ ਦੂਸਰਾ ਸਵਈਆ ਅੱਗੇ ਜਾ ਕੇ, ਗੁਰ ਅਰਜਨ ਘਰ ਗੁਰ ਰਾਮਦਾਸ, ਅਨ ਭਉ ਠਹਿਰਾਇਓ। ਅਨ ਭਉ ਦਾ ਅੱਖਰੀ ਅਰਥ ਹੈ ਉਹ ਰੂਹਾਨੀਅਤ ਦਾ ਗਿਆਨ। ਬੜੇ ਧਿਆਨ ਨਾਲ ਸੁਣਿਓ, ਗਿਆਨ ਦੋ ਕਿਸਮ ਦਾ, ਇੱਕ ਗਿਆਨ ਸੰਸਾਰੀ ਹੈ, ਇੱਕ ਗਿਆਨ ਰੂਹਾਨੀਅਤ ਦਾ। ਰੂਹਾਨੀਅਤ ਦਾ ਗਿਆਨ ਕਿੱਦਾਂ ਹੁੰਦਾ? ਅੰਮ੍ਰਿਤ ਬਾਣੀ ਤਤ ਵਖਾਣੀ, ਗਿਆਨ ਧਿਆਨ ਵਿੱਚ। ਬੜੇ ਧਿਆਨ ਨਾਲ, ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ, ਜਦੋਂ ਤੇਰਾ ਧਿਆਨ ਉਸ ਪਰਮਾਤਮਾ ਦੇ ਚਰਨਾਂ ਵਿੱਚ ਜੁੜਿਆ, ਤੇਰੇ ਅੰਦਰ ਰੂਹਾਨੀਅਤ ਦਾ ਗਿਆਨ ਹੋਇਆ, ਉਹ ਗਿਆਨ ਸ਼ਬਦਾਂ ਦਾ ਬੋਲ ਬਣ ਕੇ ਤੇਰੀ ਰਸਨਾ ਤੇ ਆਇਆ, ਤੇ ਅੰਮ੍ਰਿਤ ਬਾਣੀ ਤਤ ਵਖਾਣੀ। ਗੁਰੂ ਅਰਜਨ ਘਰ ਗੁਰੂ ਰਾਮਦਾਸ, ਅਨ ਭਉ ਠਹਿਰਾਇਓ, ਅਨ ਭਉ ਠਹਿਰਾਇਓ। ਮੈਂ ਜਿਹੜੀ ਬੇਨਤੀ ਕਰਨ ਲੱਗਾ ਸੀ, ਉਹਨਾਂ ਦਾ ਪ੍ਰਕਾਸ਼ ਹੋਇਆ, ਤੇ ਚਲੋ ਉਹਨਾਂ ਦੀ ਆਰਬਲਾ ਪਹਿਲੇ ਉਹਨਾਂ ਨੇ 11 ਸਾਲ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਪਣੇ ਨਾਨਾ ਗੁਰੂ ਦੀ ਗੋਦੀ ਦੇ ਵਿੱਚ ਉਹਨਾਂ ਨੇ ਬਿਤਾਏ ਜੀ। ਮੈਂ 2 ਸਾਖੀਆਂ ਉਹਨਾਂ ਦੇ ਜੀਵਨ ਚੋਂ ਲੈਣੀਆਂ। ਛੋਟੀ ਉਹਨਾਂ ਦੀ ਆਰਬਲਾ ਹੈ, ਛੋਟੀ ਉਹਨਾਂ ਦੀ ਆਰਬਲਾ, ਤੇ ਗੁਰੂ ਅਮਰਦਾਸ ਜੀ ਮਹਾਰਾਜ ਮੰਜੇ ਤੇ ਬੈਠੇ ਹੈ, ਤੇ ਮੰਜੇ ਤੇ ਬੈਠੇ ਹੈ, ਤੇ ਗੁਰੂ ਅਰਜਨ ਦੀ, ਚਲੋ ਆਪਾਂ ਗੁਰੂ ਅਰਜਨ ਹੀ ਕਵਾਂਗੇ, ਹਨਾ। ਵੈਸੇ ਤੇ ਚਲੋ ਗੁਰੂ ਤੇ ਬਾਅਦ ਚ ਬਣਿਆ 18 ਸਾਲ ਦੀ ਉਮਰ, ਲੇਕਿਨ ਆਪਾਂ ਗੁਰੂ ਅਰਜਨ ਹੀ ਕਵਾਂਗੇ ਉਹਨਾਂ ਨੂੰ। ਹੌਲੀ ਹੌਲੀ ਚੱਲ ਕੇ ਆਏ ਆ, ਆਉਂਦਿਆਂ ਉਹਨਾਂ ਨੇ ਉਹਨਾਂ ਦੀ ਮੰਜੀ ਨੂੰ ਪਿਛਲੇ ਪਾਸਿਓਂ ਪਕੜ ਲਿਆ, ਤੇ ਮੰਜੀ ਹਿੱਲ ਗਈ। ਉੱਥੇ ਫਿਰ ਗੁਰੂ ਅਮਰਦਾਸ ਨੇ ਕਿਹਾ, ਇਹ ਕੌਣ ਪੁਰਖ ਹੈ ਭਾਰੀ, ਜਿਨ ਮੰਜੀ ਹਿਲਾਈ ਸਾਰੀ। ਇਹ ਗੁਰੂ ਅਮਰਦਾਸ ਜੀ, ਮੈਂ ਤਾਂ ਬੇਨਤੀ ਕੀਤੀ, ਗੁਰੂ ਅਮਰਦਾਸ ਜੀ ਮਹਾਰਾਜ ਨੇ ਉਹਨਾਂ ਤੇ ਛੋਟੀ ਉਮਰ ਦੇ ਵਿੱਚ ਉਹਨਾਂ ਨੂੰ ਐਸੀਆਂ ਬਖਸ਼ਿਸ਼ਾਂ ਦੇ ਨਾਲ ਨਿਵਾਜ ਦਿੱਤਾ, ਜਿਹੜੀਆਂ ਸਮੇਂ ਦੇ ਵਿੱਚ ਪੂਰੀਆਂ ਹੋਈਆਂ। ਇਹ ਕੌਣ ਪੁਰਖ ਹੈ ਭਾਰੀ,
जिन मंजी हिलाई सारी। ते बीबी भानी कहंदी पिता जी ये छोटा दोहिता है, ये बड़ा चलाक हो गया है। कहंदे पुत्र ये चलाक नहीं है, चलाक ते पृथिया है, ये ते बड़ा सियाना हो गया है। महाराज ने उन्होंने चक्किया, गोदी विच लिया, प्यार किया। कहंदे दोहिता नहीं, ये दोहिता बाणी का बोहिता, ये बाणी का जहाज। दूसरा प्रसंग लैके छोटा जिहा, फिर मैं संपता वाल आवां, क्योंकि मैं वादा किया सी 8 बजे तो 2 मिनट पहला मैं स्टेज छड्ड देनी है, क्योंकि साडे सत्कारयोग ढाडी जथे उन्होंने भी आप दे नाल वारां दी सांझ पाउणी है। दूसरा प्रसंग गुरु अमरदास जी महाराज ना थाल दे विच प्रशादा छक रहे सीगे, ते प्रशादा छकदे सीगे सतराजे दा, उगरा जिहनूं कहंदे आ, उबाल के वो छकदे सीगे। ते गुरु अर्जुन देव जी महाराज रिड़दे रिड़दे आए आ, सुनियो ध्यान दे नाल, रिड़दे रिड़दे आए है ते उन्होंने ना थाल खिंच लिया। कहंदे दोतिया ये थाल पुत मेरे कोल रहन दे, तू जे थाल खिंचना ते अपने प्यो कोलों खिंची, अपने बापू कोलों लवी थाल। ये थाल दा आपां जिक्र करांगे लास्ट में जाके ऐतवार भी, थाल वो किहड़ा सीगा। पुत्र तू ये थाल मेरे कोल ना लै, ये थाल मेरे वास्ते रहन दी। जे तू थाल ही अपने वाल करना ना, ते ये जड़ा अपने प्यो कोलों, गुरु रामदास जो गुरता गद्दी ते बराबर होणगे उन्हां वाल इशारा, ये उन्हां कोलों तू जड़ा थाल है वो लवे। तीसरा जी, गुरु अर्जुन देव जी महाराज गेंद नाल खेड रहे हैं ते दरवाजा बंद है, ते दरवाजे दे विच ना थोड़ी जी झीत है, ना बंद है ते ना खुला ते दरवाजा। उन्हां दी गेंद जिहड़ी सी ना वो दरवाजे तो अंदर चली गई। बड़े ध्यान नाल सुनियो। ते गुरु अर्जन देव जी छोटी उम्र है उन्हां दी, 3-3.5 साल की अवस्था, ते उन्होंने की कीता, गोडे मूदे मारे, एक हाथ थले रखिया ते दूजे हाथ नाल दरवाजा खोल रही है, दरवाजा नहीं खुल रहा। फिर उन्होंने ये हाथ थले रखिया, गोडे मूदे मारे है, ते दूजे हाथ नाल दरवाजा खोलिया, नहीं खुलिया दरवाजा। फिर उन्होंने दोनों हाथ थले लाए, दोनों गोडियां ते पहला ही सीगे, उन्होंने सिर दे नाल ला के ते दरवाजा खोल दिता। ते अंदर गुरु अमरदास जी महाराज ये सारा कुछ देख रहे हैं। कहंदे पुत दोहतिया जदों भी धर्म दे दरवाजे खुलणगे वो सिर दे के ही खुलणगे। एक समा ऐसा आवेगा तू पुत्र धर्म दा दरवाजा खोलेगा ते उस धर्म दे दरवाजे दे वास्ते तेनू अपना सीस जड़ा वो देना पवेगा। 11 साल तन तन गुरु अर्जुन देव जी महाराज अपने सत्कार योग नाना जी दे कोल, उन्हां दी गोदी दे विच, उन्हां दे कोल उन्होंने जिहड़ा बचपन दा जिहड़ा समा बिताया। इसे लई मैनू यकीन है पट साहिबान कहंदे तै जनमत गुरमत ब्रह्म पछाणियो, कल जोड़ कर सुजस वखाणियो। पट साहिबान कहंदे मैं हाथ जोड़ के इस गल का कहंदे विख्यान कर रहे हैं। आपां स्टैप बाय स्टैप उन्हां दा जीवन लवांगे। सो इन्नियां को बेनतियां प्रवान करनियां, होइयां भुल्लां चुकां खिमा करनियां। तो जेकर किते कुछ मेरे मुँह चों शब्द निकल गया होवे ना थोड़ा जिहा, तो चलो प्रचारक हैं जी हम कूकर तेरे, वो जिदा भाई साहब ने कह ही दिता पहला भी सच जिन्हें बोलना तो फिर उन्होंने सीस ते अपना कटाउणा ही पैना। तो महाराज सच तो असीं गुरु ग्रंथ साहब की हजूरी च नहीं कच नहीं बोल सकते, सच ते ही रहना पैना। सो इन्नियां को बेनतियां प्रवान करनियां, होइयां भुल्लां चुकां खिमा करनियां। वाहिगुरू जी का खालसा, वाहिगुरू जी की फतेह।